ਦੀ ਕਾਨਫਰੰਸ ਦਾ ਮੇਨ ਮੋਟਿਵ ਇਹ ਹੈ ਕਿ ਜਦੋਂ ਤੋਂ ਚੋਣ ਹੋਈ ਸੀ ਮੈਂ ਖਾਸ ਤੌਰ 'ਤੇ ਚਿੰਤਤ ਹਾਂ ਕਿ 2 ਮਹੀਨਿਆਂ ਨੂੰ ਬਾਰਿਸ਼ ਬਠਿੰਡੇ 'ਚ ਆ ਜਾਣੀ ਹੈ ਔਰ ਮੈਂ ਲਗਾਤਾਰ 25-30 ਸਾਲ ਤੋਂ ਇਸ ਪ੍ਰਬੰਧ ਨੂੰ ਸੁਧਾਰਨ ਵਾਸਤੇ ਆਪਦੀਆਂ ਰਾਇਆਂ ਦਿੰਦਾ ਰਿਹਾ। ਕੁਛ ਮੇਰੀਆਂ ਰਾਇਆਂ ਮੰਨ ਲਈਆਂ ਜਾਂਦੀਆਂ ਸੀ, ਕੁਛ ਰਾਇਆਂ ਇਸ ਕਰਕੇ ਨਹੀਂ ਮੰਨੀਆਂ ਜਾਂਦੀਆਂ ਸੀ ਕਿਉਂਕਿ ਜਿਹੜੀ ਕਾਰਪੋਰੇਸ਼ਨ ਸੀ ਉਹ ਦੂਜੀ ਧਿਰ ਦੀ ਸੀ, ਕਾਰਪੋਰੇਸ਼ਨ ਅੱਜ ਵੀ ਦੂਜੀ ਧਿਰ ਦੀ ਹੈ। ਪਰ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸ਼ਹਿਰ ਸਾਡਾ ਸਾਰਿਆਂ ਦਾ ਹੈ, ਸਾਨੂੰ ਸ਼ਹਿਰ ਦੀ ਬਿਹਤਰੀ ਵਾਸਤੇ ਹਰ ਸਾਲ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਜਿਹੜੀਆਂ ਰੋਡ ਵਗੈਰਾ ਅਸੀਂ ਬਣਾਉਣੇ ਹੈ ਉਹ ਵੀ ਮੀਂਹ ਦੇ ਪਾਣੀ ਨਾਲ ਹਰ ਸਾਲ ਟੁੱਟਦੀਆਂ। ਕਾਰਪੋਰੇਸ਼ਨ ਦਾ ਲੋਕਾਂ ਦੇ ਟੈਕਸ ਦਾ ਪੈਸਾ ਵੀ ਉਹਦੇ 'ਚ ਖਰਾਬ ਹੁੰਦਾ। ਮੈਂ ਉਸ ਨੂੰ ਦਰੁਸਤ ਕਰਨ ਵਾਸਤੇ 2 ਮੀਟਿੰਗਾਂ, ਜਦੋਂ ਪਹਿਲੇ ਡੀ ਸਾਹਿਬ ਸਨ ਸ਼੍ਰੀ ਬਲਜੀਤ ਕੁਮਾਰ ਜੀ, ਉਹਨਾਂ ਨਾਲ ਮੀਟਿੰਗ ਕੀਤੀ ਅਧਿਕਾਰੀਆਂ ਦੀ। ਜਿਹੜੇ ਨਵੇਂ ਡੀ ਸਾਹਿਬ ਆਏ ਨੇ ਇਹਨਾਂ ਨੇ ਉਸ ਪ੍ਰੋਸੀਡਿੰਗ ਨੂੰ ਲੈਂਦੇ ਹੋਏ ਆਪਣੇ ਪੱਧਰ 'ਤੇ ਇੱਕ ਪਹਿਲਾਂ ਮੀਟਿੰਗ ਕੀਤੀ ਹੈ ਔਰ ਆਈ ਥਿੰਕ ਜਿਹੜਾ ਐਡਮਿਨਿਸਟ੍ਰੇਸ਼ਨ ਦੀ ਨੀਅਤ ਹੈ ਉਹ ਵੀ ਸਰਕਾਰ ਦੇ ਮੁਤਾਬਕ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਹੈ। ਅੱਜ ਜਿਹੜੀ ਸਾਡੀ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਮੈਂ ਔਰ ਡਿਪਟੀ ਕਮਿਸ਼ਨਰ ਸਾਹਿਬ ਔਰ ਜਿਹੜੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਸੀ ਉਹਦੇ ਸ਼ਾਮਲ ਹੋਏ, ਸੀਵਰੇਜ ਬੋਰਡ ਦੇ, PWD, B&R ਦੇ, ਵਾਟਰ ਸਪਲਾਈ ਦੇ, ਇਰੀਗੇਸ਼ਨ ਦੇ ਔਰ ਬਿਜਲੀ ਬੋਰਡ ਦੇ, ਜਿਨ੍ਹਾਂ ਦਾ ਇਹ ਸਾਰੇ ਪ੍ਰਬੰਧ ਨਾਲ ਸੰਬੰਧ ਹੈ। ਉੱਥੇ ਜਿਹੜਾ ਮੇਨ ਮੁੱਦਾ ਸੀ ਕਿ ਕਿਹੜੇ ਕਰੋਨਿਕ ਪੁਆਇੰਟ ਨੇ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਤਕਲੀਫ ਹੁੰਦੀ ਹੈ ਜਾਂ ਪਾਣੀ ਖੜ੍ਹਾ ਹੁੰਦਾ। ਮੇਰੇ ਮੁਤਾਬਕ, ਕਿਉਂਕਿ ਪਹਿਲਾਂ ਜਿਹੜਾ ਕੰਮ ਚੱਲ ਰਿਹਾ ਸੀ ਉਸ 'ਤੇ ਸਾਰਾ ਉਹਨਾਂ ਨੂੰ ਕੰਮ ਵਰਕਆਊਟ ਕਰਕੇ ਲੈ ਕੇ ਆਉਣ ਲਈ ਕਿਹਾ ਸੀ ਕਿ ਉਹ ਹੋਮਵਰਕ ਕਰਕੇ ਆਉਣ। ਕੁਛ ਹੋਮਵਰਕ ਕਰਕੇ ਵੀ ਆਏ, ਕੁਛ ਉੱਥੇ ਮੌਕੇ ਦੇ ਉੱਤੇ ਤਜਵੀਜ਼ਾਂ ਵੀ ਆਈਆਂ। ਮੇਨ ਜਿਹੜੇ ਕਰੋਨਿਕ ਪੁਆਇੰਟ ਹੈ ਜਿਹਨੂੰ ਅਸੀਂ ਕਹਿ ਦਈਏ ਲੋਕਾਂ ਦੇ ਲਈ ਬਹੁਤ ਨੁਕਸਾਨਦੇਹ ਨੇ, ਉਹ ਹੈ ਆਲਮ ਬਸਤੀ, ਜਿਹਦੇ ਨਾਲ ਪਰਸ਼ਰਾਮ ਨਗਰ, ਜੋਗੀ ਨਗਰ, ਪ੍ਰਤਾਪ ਨਗਰ, ਆਲਮ ਬਸਤੀ, ਇਹ ਸਾਰਾ ਏਰੀਆ ਅਫੈਕਟ ਹੁੰਦਾ, ਲੋਕਾਂ ਦੇ ਘਰ ਭਰ ਜਾਂਦੇ ਨੇ। ਇਸ ਦੇ ਉੱਤੇ ਵਿਚਾਰ ਕੀਤਾ ਗਿਆ। ਇਸ ਦੇ ਲਈ ਜਿੱਥੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਪ੍ਰਪੋਜ਼ਲ ਦਿੱਤੀ, ਉੱਥੇ ਜਿਹੜਾ ਹਜੇ ਕੰਮ ਕੁਛ ਅਧੂਰਾ ਪਿਆ ਹੈ ਕਿ ਉਸ ਦੀ ਜਿਹੜੀ ਪਾਈਪ ਹੈ, ਮੇਨ ਜਿਹੜਾ ਸੰਪ ਬਣਿਆ ਹੋਇਆ ਉਸ ਨਾਲ ਜੋੜਨ ਵਾਲੀ ਹੈ, ਜਿਹੜੀ ਹਜੇ ਤੱਕ ਜੋੜੀ ਨਹੀਂ ਗਈ, ਡਿਲੇ ਹੁੰਦੀ ਆ ਰਹੀ ਸੀ। ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਵੀ 15 ਦਿਨ ਦੇ ਵਿੱਚ ਉਹ ਜਿਹੜੇ ਹੋਲ ਬਣਨ ਵਾਲੇ ਆ ਉਹ ਬਣਾਉਣ। ਔਰ ਇੱਕ ਉਹਨਾਂ ਨੂੰ ਮੈਂ ਸੁਝਾਅ ਦਿੱਤਾ ਸੀ, ਇੱਕ ਬਹੁਤ ਪੁਰਾਣੀ ਪਾਈਪ, ਕੋਈ 97, 98, 96 ਜਦੋਂ ਮੈਂ ਪ੍ਰਧਾਨ ਹੁੰਦਾ ਸੀ ਉਦੋਂ, ਅਤੇ ਉਸ ਤੋਂ ਬਾਅਦ ਉਹ ਜੋੜੀ ਗਈ ਸੀ। ਉਹ 7.5-8 ਫੁੱਟ ਡੂੰਘੀ ਹੈ ਜਿਹੜੀ, ਔਰ ਜਿਹੜੀ ਪਹਿਲੀ ਪਾਈਪ ਹੈ ਉਹਦਾ ਲੈਵਲ 3.5-4 ਫੁੱਟ ਸੀ। ਉਹ ਕਾਰਨ ਇਹ ਹੁੰਦਾ ਸੀ ਜਦੋਂ ਜਾ ਕੇ ਪਾਣੀ 3.5 ਫੁੱਟ ਭਰਦਾ ਸੀ, ਮੋਟਰ ਫਿਰ ਪਾਣੀ ਚੱਕਣ ਲੱਗਦੀ ਸੀ, ਜਿਹਦੇ ਨਾਲ ਉਦੋਂ ਨੂੰ ਮੁਹੱਲਾ ਭਰ ਜਾਂਦਾ ਸੀ। ਹੁਣ ਕਾਮਯਾਬ ਕਿੱਥੋਂ ਤੱਕ ਹੁੰਦਾ, ਜਿਹੜੇ ਅਸੀਂ ਸੁਝਾਅ ਦਿੱਤੇ ਆ ਇਹ ਪਰਮਾਤਮਾ ਦੇ ਵਾਰਿਸ ਤੋਂ ਬਾਅਦ ਪਤਾ ਲੱਗੇਗਾ। ਸਾਡੀ ਤਾਂ ਨੀਅਤ ਸਾਫ਼ ਹੈ ਕਿ ਅਸੀਂ ਕੁਛ ਕਰੀਏ। ਮੈਂ ਇਹਨਾਂ ਨੂੰ ਕਿਹਾ ਵੀ ਜਿਹੜੀ 7.5 ਫੁੱਟ ਡੂੰਘੀ ਪਾਈਪ ਹੈ ਉਸ ਨੂੰ ਉਹ ਸੰਪ ਨਾਲ ਜੋੜਿਆ ਜਾਵੇ ਤਾਂ ਕਿ ਜਦੋਂ ਹੀ ਬਾਰਿਸ਼ ਸ਼ੁਰੂ ਹੋਵੇ ਉਹ ਜਿਹੜਾ ਡੂੰਘਾ ਪਾਣੀ ਹੈ ਸੰਪ ਦਾ, ਸੰਪ ਦੇ ਵਿੱਚ ਜਾਵੇ, ਨਾਲ ਦੀ ਨਾਲ ਮੋਟਰ ਚੱਲ ਪਏ। ਜਿਵੇਂ ਬਾਰਿਸ਼ ਆਵੇ ਅਤੇ ਪਾਣੀ ਦੀ ਸਕਿੰਗ ਉਹ ਕੀਤੀ ਜਾ ਸਕੇ, ਕਿਉਂਕਿ ਗ੍ਰੈਵਿਟੀ ਫਲੋ ਨਹੀਂ, ਸਕਿੰਗ ਦੇ ਨਾਲ ਹੀ ਅਸੀਂ ਪਾਣੀ ਸੁੱਟਣਾ। ਮੈਨੂੰ ਲੱਗਦਾ ਪਰਮਾਤਮਾ ਕਰੂ ਉਹਦੇ ਕੁਝ ਫਰੂਟਫੁਲ ਰਿਜ਼ਲਟ ਆ ਸਕਦੇ। ਦੂਜਾ ਜਿਹੜਾ ਉਹਨਾਂ ਨੂੰ ਕਿਹਾ ਸੀ ਵੀ ਜਿਹੜਾ ਇੱਕ ਕਨਾਲ ਕਲੋਨੀ ਤੋਂ ਰਾਈਜ਼ਿੰਗ ਮੇਨ ਪਾਈ ਨੂੰ 2014 ਦੀ ਪਾਈ ਹੋਈ ਆ, 8 ਸਾਲ ਹੋ ਗਏ, ਉਸ 'ਤੇ ਲਗਭਗ 3 ਕਰੋੜ ਰੁਪਇਆ ਖਰਚ ਹੋ ਚੁੱਕਿਆ ਔਰ ਅੱਜ ਤੱਕ ਉਹ ਇੱਕ ਵਾਰ ਚੱਲ ਨਹੀਂ ਸਕੀ। ਮੈਂ ਪਿਛਲੇ 10-12 ਦਿਨ ਪਹਿਲਾਂ ਆਪ ਵਿਜ਼ਿਟ ਕੀਤਾ ਸੀ, ਪੈਦਲ ਜਾ ਕੇ, ਨਾਲ ਕੁਝ ਅਧਿਕਾਰੀਆਂ ਨੂੰ ਲੈ ਕੇ। ਉਹਦਾ ਜਿਹੜਾ ਹੈੱਡ ਹੈ ਜਿੱਥੇ ਜਾ ਕੇ ਉਹ ਪਾਣੀ ਸੁੱਟਿਆ ਜਾਂਦਾ ਹੈ ਸਲੇਜ ਕੈਰੀਅਰ ਦੇ ਵਿੱਚ, ਉਹ ਲਾਸਟ 'ਤੇ ਜਾ ਕੇ 6 ਮੀਟਰ ਉੱਚਾ ਹੈ।
और उस जदों इत्थों मोटर पंप करती है ਉਹਦਾ ਜਦੋਂ ਪ੍ਰੈਸ਼ਰ ਪੈਂਦਾ ਤੇ ਉਹਦੇ ਜੋੜ ਜਿਹੜੇ ਖੁੱਲ੍ਹ ਜਾਂਦੇ ਆ, ਉਹ ਪਾਈਪ ਚੱਲ ਨਹੀਂ ਸਕੀ। ਜਾਨੀ 3 ਕਰੋੜ ਰੁਪਇਆ ਪਿਛਲੇ 8 ਸਾਲ ਤੋਂ ਲਾਇਆ, ਉਹ ਬੇਕਾਰ ਪਿਆ। ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹਦਾ ਜਿਹੜਾ ਹੈੱਡ ਹੈ ਉੱਥੇ ਇੱਕ ਮਾਈਨਰ ਹੈ ਅਤੇ ਨਾਲ ਇੱਕ ਸੈਲੇਜ ਕੈਰੀਅਰ ਹੈ, ਵੀ ਉਸ ਦਾ ਜਿਹੜਾ ਹੈੱਡ ਹੈ ਉਸ ਨੂੰ ਪਿੱਛੋਂ ਪਾਈਪ ਪਾ ਕੇ ਉਹਦੇ ਥੱਲੇ ਦੀ ਕੱਢ ਦਿਓ, ਉਹਦੇ ਨਾਲ 2 ਮੀਟਰ ਜਿਹੜਾ ਉਹ ਹੈੱਡ ਡਾਊਨ ਹੋ ਜਾਊਗਾ। ਔਰ ਜਿਹੜਾ ਪ੍ਰੈਸ਼ਰ ਹੈ ਮੋਟਰ ਦਾ ਉਹ ਸਿੱਧਾ ਪਾਣੀ ਸਿੱਟਣ ਲੱਗ ਜੂ, ਜਿਹਦੇ ਨਾਲ ਉਸ ਪਾਈਪ ਦੇ ਜੋੜਾਂ 'ਤੇ ਦਬਾਅ ਘੱਟ ਜੂ ਔਰ ਪਾਈਪ ਉਹ ਚੱਲ ਪਊ। ਉਹਨਾਂ ਨੇ ਵੀ ਉਹ ਟਾਈਮ ਮੰਗਿਆ, ਕਿਉਂਕਿ ਉਹਦੇ ਬਾਰੇ ਜਦੋਂ ਕੱਸੀ ਦੀ ਬੰਦੀ ਆਏਗੀ ਉਦੋਂ ਥੱਲੇ ਦੀ ਕੱਢੀ ਜਾਊਗੀ। ਔਰ ਕੁਛ ਉਹ ਕਹਿੰਦੇ ਸੀ ਟੈਂਡਰ ਕਰਨ 'ਤੇ 21 ਦਿਨ ਦਾ ਸਮਾਂ ਲੱਗੂ। ਉਹ ਉਹਨਾਂ ਨੇ ਕਿਹਾ ਕਿ ਅਸੀਂ 15 ਜੂਨ ਤੋਂ ਪਹਿਲਾਂ ਇਸ ਨੂੰ ਸਾਰੇ ਪ੍ਰੋਸੈਸ ਨੂੰ ਕੰਪਲੀਟ ਕਰ ਦਿਆਂਗੇ। ਉਹਦੇ 'ਤੇ ਜਿਹੜਾ ਪੈਸਾ ਲੱਗਣਾ ਉਹਦੇ ਐਸਟੀਮੇਟ ਪਾਸ ਹੋਣੇ ਹੈ। ਉਹ ਮੈਂ ਵੀ ਬੇਨਤੀ ਕਰੂੰਗਾ ਮੇਅਰ ਸਾਹਿਬਾਂ ਨੂੰ, ਔਰ ਮੈਂ ਉਹਨਾਂ ਮੁਲਾਜ਼ਮਾਂ ਨੂੰ, ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਕਿਹਾ ਸੀ ਤੁਸੀਂ ਜਾ ਕੇ ਸਾਰੀ ਐਸਟੀਮੇਟ ਦੇ ਕੇ ਇਹਦੇ ਪੈਸੇ ਪਾਸ ਕਰਾਓ। ਮੈਂ ਨਹੀਂ ਸਮਝਦਾ ਜੇ ਕਾਰਪੋਰੇਸ਼ਨ ਡਿਲੇ ਕਰੇਗੀ ਉਹਦੇ ਪਾਰਟ 'ਤੇ ਅਣਗਹਿਲੀ ਹੋਏਗੀ। ਅਦਰਵਾਈਜ਼ ਅਗਰ ਇਹ ਪਾਈਪ ਚੱਲ ਜਾਂਦੀ ਹੈ तो यदा आलम बस्ती मोटर से बहुत लोड घटूगा और पानी की निकासी है ये सारे एरिए तो पहले नालों तेज़ होनी शुरू हो जू, लोगों का नुकसान घट हो। मैं कुदरत नाल लड़न की गल तो नहीं करता क्योंकि कुदरत ने पता नहीं किन्ने क्यूसिक पानी सुट्टना, पर मौजूदा जोड़े प्रबंध है उन्होंने लैके सुधार किमें किया जा रहा मैं वो मगर लगे। नवा काम इस वे शुरू नहीं किया जा सकता क्योंकि बारिशां सारे 2 महीने ने वो ये प्रबंध करने वास्ते अज उन्होंने कहा। संगूआ ने जड़ा छप्पड़ है नवा छप्पड़ ये बंद पे उस दे लिए उन्होंने कहा सी, उन्होंने कहा कि साडा एक प्लग तोड़न वाला है वो तोड़ के इस भी एदकी चालू किया जाऊगा ताकि पानी की निकासी होर तेज़ होवे। रोड जालियां की सफाई सब तो जरूरी है। जदों बारिशां आउंदियां ने रोड जालियां दे विच जिहड़ा मटीरियल फस जाता है और अगे मोटरां खिंचदियां नहीं, प्रॉब्लम आउंदी है, पानी पिछे घरां दे विच भर जांदा है। उन्होंने 30/6/2022 तक का टाइम लिया कि सारियां जिहड़ियां रोड जालियां ने उन्होंने साफ कर दिता जाऊगा। ये कारपोरेशन का काम है और कारपोरेशन को करना चाहिए। मेरी उन्होंने भी बेनती है तुहाडे राहीं भी, जवानी भी और माप भी जाती तौर पर जाके उन्होंने ये गल कहूँगा। नाल ही उन्होंने कहा गया भी जिन्ने जनरेटर सैट डिस्पोजल के उत्ते लगे हुए है, भावें जनरेटर सैट है मोटर पंप है, इन्हां सारिਆਂ ਨੂੰ यकीनी बनाना चाहिए कि बारिशां तो पहला ये चालू हालत हैं। किते यही गल ना हो कि उधरों बारिशां चालू होण वो कहण साडी मोटर का बैरिंग टुट गया जां साडा जनरेटर सैट नहीं चलदा जां साडी मोटर का जिहड़ा हैगा प्लग है वो ठीक काम नहीं करता। इसलिए उन्होंने तैयारी करने के लिए कहा गया। DAV काले के टोभे नूं होर डूंगा करने वास्ते कहा गया क्योंकि उत्थे कैपेसिटी है। उत्थे अगर कैपेसिटी बढ़ जाएगी तो उत्थे उन्होंने कहा कि नवे पंप लाओ। DAV काले का टोभा जो भर जू जो बाहर छड़ जाती है उस तो बाद जोड़े नवे पंप है उन्होंने पानी चक के सीवर पा के उसकी डिस्पोजल होर तेज़ की जा सकती है। ये जी कमला नेहरू कलोनी है उसनूं भी इफैक्ट पऊ, अग्रवाल कलोनी नूं भी इफैक्ट पऊ और वो नाल लगदियां आबादियां जिथे पानी खड़दा है वो DAV काले टोभे विच पानी की निकासी होण लग जू। इस दे लई उन्होंने कहा कि तेज़ी नाल काम करन। उन्होंने कहा कि असीं 30/6/2022 तक यानी 30 जून तक ये सारा सिस्टम एक कमिटमेंट की है म्यूनसिपल कारपोरेशन ने भी असीं सारा सिस्टम जिहड़ा है वो तैयार करके रखांगे। और एक सब तो हैरानी की गल मैनूं ये हुई जदों मैं जाके उत्थे लास्ट जिथे असीं डिस्पोजल करते हैं तुहानूं सारे दे ध्यान च 10 एकड़ जगह लई सी ताकि जिहड़ा पानी है जदों बारिशां होण उत्थे कलैक्ट कर लिया जाए। इत्थों सीधी पाइपलाइन जोड़ के
ਜਦੋਂ ਬਾਹਰ ਛੱਡ ਜੂ ਉਹਨੂੰ ਚੱਕ ਕੇ ਸਾਲੇ 'ਚ ਕੈਰੀਅਰ ਰਾਹੀਂ ਅੱਗੇ ਸੁੱਟਿਆ ਜਾਵੇ। ਹੈਰਾਨੀ ਦੀ ਗੱਲ ਹੈ ਕਿ ਉੱਥੇ ਇੱਕ ਵਾਟਰ ਟੈਂਕ ਬਣਨਾ ਹੈ, ਇੱਕ ਇਹ ਜਿਹੜਾ ਜਿਹਨੂੰ ਟੈਂਕ ਕਹਿ ਦਈਏ ਪੱਟਣਾ ਸੀ, 1 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਇੱਕ ਬੰਦੇ ਨੂੰ 25 ਪੈਸਿਆਂ ਦੇ ਰੇਟ ਦੇ ਉੱਤੇ ਦੇ ਛੱਡਿਆ ਵੀ ਤੂੰ ਇੱਥੋਂ ਮਿੱਟੀ ਚੱਕ। ਮੈਂ ਉੱਥੇ ਕੁਐਸਚਨ ਇਹ ਕੀਤਾ ਸੀ ਵੀ ਦੱਸੋ, ਇੱਕ ਪਾਸੇ ਕੋਈ ਕਿਸਾਨ ਦੇ ਖੇਤ 'ਚੋਂ ਟਰਾਲੀ ਮਿੱਟੀ ਦੀ ਭਰ ਕੇ ਲਿਆਉਂਦਾ ਸੀ, ਮਾਈਨਿੰਗ ਐਕਟ ਲਾਗੂ ਕਰਕੇ ਫੜ ਲੈਂਦੇ ਹਾਂ। ਇੱਕ ਬੰਦੇ ਨੂੰ 10 ਏਕੜ ਜਗ੍ਹਾ ਮਾਈਨਿੰਗ ਕਰਨ ਵਾਸਤੇ ਅਨਲਿਮਿਟਡ ਪੀਰੀਅਡ 'ਤੇ ਦੇ ਛੱਡੀ ਹੈ। ਉਹਨਾਂ ਨੂੰ ਕਿਹਾ ਟਾਈਮ ਬਾਊਂਡ ਕਰੋ, ਕਿਉਂਕਿ ਸਾਡਾ ਟੈਂਕ ਹੈ, ਜੇ ਨਹੀਂ ਪੱਟ ਸਕਦਾ ਅਸੀਂ ਫਰੀ 'ਚ ਕਰ ਰਹੇ ਹਾਂ। 25 ਪੈਸੇ ਕੁਛ ਪੈਸੇ ਨਹੀਂ ਹੁੰਦੇ। ਜਿਹੜੇ ਹੋਰ ਲੋਕ ਸ਼ਹਿਰ 'ਚ ਭਰਤ ਪਾਉਂਦੇ ਆ, ਭਾਵੇਂ ਕਲੋਨੀਆਂ ਵਾਲੇ ਹੋਣ, ਭਾਵੇਂ ਲੋਕਾਂ ਨੂੰ ਰੂਟੀਨ 'ਚ ਭਰਤ ਦੀ ਲੋੜ ਆ, ਉਹਨਾਂ ਨੂੰ ਕਹੋ ਜਿਹਨੂੰ ਭਰਤ ਚਾਹੀਦੀ ਹੈ ਲੈ ਜਾਓ, ਸਾਡਾ ਟੈਂਕ ਪੱਟਿਆ ਜਾਵੇ, ਤਾਂ ਕਿ ਜਿਹੜੀ ਰਾਹਤ ਅਸੀਂ ਜਿਹੜੀ ਇਹਦੇ ਬਾਰਿਸ਼ ਦੇ ਮੌਸਮਾਂ 'ਚ ਦੇਣੀ ਹੈ ਉਸ ਨੂੰ ਸਹੀ ਤਰੀਕੇ ਨਾਲ ਦੇ ਸਕੀਏ। ਮੇਰੀ ਇਹ ਸਭ ਤੋਂ ਵੱਡੀ ਪ੍ਰਾਇਰਟੀ ਹੈ। ਔਰ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਡਿਸਪੋਜ਼ਲ ਨੇ, ਖਾਸ ਤੌਰ 'ਤੇ ਉਹਨਾਂ ਨੂੰ ਮੈਂ 3-4 ਪੁਆਇੰਟ ਪਿੰਨ ਪੁਆਇੰਟ ਕੀਤੇ ਸੀ। ਪਾਵਰ ਹਾਊਸ ਰੋਡ, ਆਲਮ ਬਸਤੀ ਔਰ ਜਿਹੜੀ ਸਿਰਕੀ ਬਾਜ਼ਾਰ, ਵੀ ਉੱਥੇ ਨੋਡਲ ਅਫਸਰਾਂ ਦੀ ਡਿਊਟੀ ਲਈ ਜਾਵੇ। ਬਾਰਿਸ਼ ਸ਼ੁਰੂ ਹੋਣ ਤੋਂ ਲੈ ਕੇ ਜਦੋਂ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਡਿਊਟੀ ਹੋਵੇ। ਕਈ ਵਾਰੀ ਕੀ ਹੁੰਦਾ, ਜਿੱਥੇ ਜਾ ਕੇ ਸ਼ਹਿਰ ਦਾ ਜਦੋਂ ਬਾਰਿਸ਼ ਆਉਂਦੀ ਹੈ ਇੱਕਦਮ ਕੂੜਾ ਜਿਹੜਾ ਉਹ ਜਾ ਕੇ ਉਹ ਜਿੱਥੋਂ ਦੀ ਪਾਣੀ ਨੇ ਜਾਣਾ ਹੁੰਦਾ ਹੈ, ਸਾਡੇ ਉਹ ਜਾਲੀਆਂ ਲੱਗੀਆਂ ਹੁੰਦੀਆਂ ਉਹ ਭਰ ਜਾਂਦੀਆਂ ਨੇ, ਉਹ ਕੱਢੀਆਂ ਨਹੀਂ ਜਾਂਦੀਆਂ। ਪਾਣੀ ਇਸ ਕਰਕੇ ਭਰਿਆ ਖੜਾ ਰਹਿੰਦਾ, ਮੋਟਰ ਕੋਲੇ ਪਹੁੰਚਦਾ ਨਹੀਂ ਅਤੇ ਮੋਟਰ ਬੰਦ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਨੂੰ ਕਿਹਾ ਨੋਡਲ ਅਫਸਰਾਂ ਦੀ ਡਿਊਟੀ ਲਾਈ ਜਾਵੇ, ਜਿਹੜੇ ਤੁਰੰਤ ਉਹ ਨਾਲ ਉਹਨਾਂ ਦੀ ਸਫਾਈ ਕਰਾ ਸਕਣ। ਕਮਲਾ ਨਹਿਰੂ ਦੇ ਵਿੱਚ ਇੱਕ ਸੰਪ ਬੈਲ, ਰੇਨ ਹਾਰਵੈਸਟਿੰਗ ਬੈਲ ਇਹਨਾਂ ਨੇ ਬਣਾਇਆ ਸੀ, ਉਹ ਸਿਰਫ ਇੱਕ ਸੀਜ਼ਨ ਚੱਲ ਸਕਿਆ। ਕਾਰਨ ਕੀ ਸੀ ਕਿ ਉਸ ਦੇ ਵਿੱਚ ਜਿਹੜੀ ਮੱਡ ਸੀ ਇੱਕੋ ਬਾਰਿਸ਼ ਨਾਲ ਜਾ ਕੇ ਉਹ ਭਰ ਗਈ, ਉਸ ਤੋਂ ਬਾਅਦ ਉਹ ਚੱਲ ਨਹੀਂ ਸਕਿਆ। ਉਹਨਾਂ ਨੂੰ ਸਲਾਹ ਦਿੱਤੀ ਗਈ ਹੈ ਵੀ ਤੁਸੀਂ ਉਹਦਾ ਘੇਰਾ ਸਿਰਫ 2 ਫੁੱਟ ਹੈ। ਉਹ ਸਾਨੂੰ ਰਾਏ ਦੇ ਰਹੇ ਸੀ ਵੀ ਜਿਹੜੀਆਂ ਕਲੋਨੀਆਂ ਹੁਣ ਬਾਹਰ ਆਬਾਦੀਆਂ ਵਸ ਰਹੀਆਂ ਨੇ, ਟੈਕਨੀਕਲ ਬੰਦਿਆਂ ਨੇ ਰਾਏ ਦਿੱਤੀ ਸੀ ਵੀ ਉੱਥੇ ਉਹਨਾਂ ਨੂੰ ਕਹੋ ਵੀ ਉਹ ਜਿਹੜੀ ਉਹਨਾਂ ਦੀ ਲੈਂਡ ਭਾਵੇਂ ਪਾਰਕਾਂ ਦੇ ਵਿੱਚ ਹੈ, ਉੱਥੇ ਉਹ ਟੈਂਕ ਬਣਾ ਲੈਣ ਜਿੱਥੋਂ ਬਾਹਰ ਡਿਸਪੋਜ਼ਲ ਹੋਵੇ। ਮੇਰੀ ਰਾਏ ਉਹਨਾਂ ਨੇ ਇਹ ਸੀ ਵੀ ਕਿਉਂ ਨਾ ਅਸੀਂ ਐਕਸਪੈਰੀਮੈਂਟ ਕਮਲਾ ਨਹਿਰੂ ਸਕੀਮ 'ਚੋਂ ਕਰੀਏ। ਸਾਡਾ ਉੱਥੇ ਜਿਹੜਾ ਰੇਨ ਹਾਰਵੈਸਟਿੰਗ ਬੈਲ ਬਣਿਆ ਹੋਇਆ ਉਹ ਇਸ ਕਰਕੇ ਬੰਦ ਹੋ ਜਾਂਦਾ ਇੱਕ ਬਾਰਿਸ਼ ਤੋਂ ਬਾਅਦ, ਕਿਉਂਕਿ ਉਹ ਥੱਲੇ ਉਹਦੇ ਚਲੀ ਜਾਂਦਾ, ਮੱਡ ਚਲਿਆ ਜਾਂਦਾ, ਜਾਂ ਜਿਹੜਾ ਰੇਤ ਆਉਂਦਾ ਹੈ ਮਟੀਰੀਅਲ ਚਲਿਆ ਜਾਂਦਾ। ਉੱਥੇ ਉਹ ਟੈਂਕ ਬਣਾਉਣ ਔਰ ਉਸ ਟੈਂਕ ਦੇ ਹਿੱਸੇ ਕਰਕੇ ਸਾਫ਼ ਪਾਣੀ ਜਿਹੜਾ ਉਹ ਉਹਦੇ ਵਿੱਚ ਜਾਵੇ, ਤਾਂ ਕਿ ਕਮਲਾ ਨਹਿਰੂ ਜਿਹੜੀ ਸਕੀਮ ਦਾ ਏਰੀਆ ਉਹ ਕੱਪ ਬਣ ਚੁੱਕਿਆ। ਸਾਹਮਣੇ ਪਾਸੇ ਭਾਰਤ ਨਗਰ ਹੈ, ਦੂਜੇ ਪਾਸੇ ਬਰਨਾਲਾ ਰੋਡ ਹੈ, ਉਸ ਨੂੰ ਇਸ ਤੋਂ ਨਿਜਾਤ ਦਵਾਈ ਜਾ ਸਕੇ। ਇਹ ਵੀ ਉਹਨਾਂ ਨੂੰ ਜਿਹੜਾ ਐਕਸਰਸਾਈਜ਼ ਕਰਨ ਵਾਸਤੇ ਕਿਹਾ, ਜਿਹੜੀ ਕਾਰਪੋਰੇਸ਼ਨ ਪੱਧਰ 'ਤੇ ਹੋਣੀ ਹੈ ਉਹ ਉਹਨਾਂ ਨੇ ਕਿਹਾ। ਖਾਸ ਤੌਰ 'ਤੇ ਪਾਣੀ, ਜਦੋਂ ਗਰਮੀਆਂ ਆਉਂਦੀਆਂ ਨੇ ਬਠਿੰਡੇ ਦੇ ਵਿੱਚ ਪਾਣੀ ਦੀ ਪ੍ਰੋਬਲਮ ਜਿਹੜੀ ਹੈ ਹਰ ਵਾਰ ਆਈ ਹੈ। ਮੈਂ ਸ਼ੁਰੂ ਤੋਂ ਇਸ ਵਿਊ ਦਾ ਮੈਂ ਲਿਖ ਕੇ ਵੀ ਭੇਜਦਾ ਰਿਹਾ ਐਜ਼ ਪਲੈਨਿੰਗ ਬੋਰਡ ਦੇ ਚੇਅਰਮੈਨ ਦੇ ਤੌਰ 'ਤੇ, ਸਾਰੀਆਂ ਗੱਲਾਂ ਲਿਖ ਕੇ ਭੇਜਦਾ ਰਿਹਾ ਜਿਹੜੀਆਂ ਮੈਂ ਡਿਸਕਸ ਕਰ ਰਿਹਾ, ਤਾਂ ਕਿ ਸ਼ਹਿਰ ਨੂੰ ਕੁਛ ਸੁਧਾਰ ਵਾਲੇ ਪਾਸੇ ਆਪਾਂ ਲਿਜਾ ਸਕੀਏ। ਸ਼ਹਿਰ ਬਹੁਤ ਬਾਰਿਸ਼ਾਂ 'ਚ ਤਕਲੀਫ ਚੱਲਦਾ ਹੈ। ਜਿਹੜੀ 1 ਨੰਬਰ ਝੀਲ ਹੈ ਉਸ ਨੂੰ ਵਾਟਰ ਟੈਂਕ ਦੇ ਤੌਰ 'ਤੇ ਵਰਤਿਆ ਜਾਵੇ। ਉਸ ਦੇ ਲਈ ਕਾਰਪੋਰੇਸ਼ਨ ਵੱਲੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਨੂੰ ਟਰਾਂਸਫਰ ਕੀਤਾ ਜਾਵੇ, ਤਾਂ ਅਸੀਂ ਕਰ ਸਕਦੇ ਹਾਂ। ਪਰ ਡਿਪਟੀ ਕਮਿਸ਼ਨਰ ਸਾਹਿਬ ਨੇ, ਹੀ ਇਜ਼ ਵੈਰੀ ਐਫੀਸ਼ੀਐਂਟ, ਵੈਰੀ ਇੰਟੈਲੀਜੈਂਟ, ਉਹਨਾਂ ਨੇ ਕਿਹਾ ਵੀ ਯੂਜ਼ ਕਰਨ ਤੋਂ ਸਾਨੂੰ ਕਿਸੇ ਨੇ ਨਹੀਂ ਰੋਕਿਆ, ਤੁਸੀਂ ਇਕੱਲੇ ਯੂਜ਼ ਕਰਨ ਦੀ ਪ੍ਰਪੋਜ਼ਲ ਲਿਆਓ ਮੇਰੇ ਕੋਲ, ਆਪਾਂ ਉਹਨਾਂ ਤੋਂ ਯੂਜ਼ ਕਰਨ ਦੀ ਕੰਸੈਂਟ ਲੈਣੇ ਨੇ, ਟਰਾਂਸਫਰ ਬਾਅਦ 'ਚ ਹੁੰਦਾ ਰਹੂ। ਉਹ ਉਹਨਾਂ ਨੂੰ ਕੇਸ ਬਣਾ ਕੇ ਭੇਜਣਾ, ਉਹ CMD ਕੋਲ ਜਾਏਗਾ, ਮੇਰਾ ਖਿਆਲ ਹੋ ਜੂ। ਐਤਕੀ ਨਹੀਂ, ਇਹ ਫਿਊਚਰ ਪਲੈਨਿੰਗ ਲਈ ਐਡਾ ਵੱਡਾ ਵਾਟਰ ਟੈਂਕ ਸਾਨੂੰ ਕਿਤੇ ਨਹੀਂ ਮਿਲ ਸਕਦਾ ਜਿੱਦਾਂ 1 ਨੰਬਰ ਝੀਲ ਹੈ, ਔਰ ਉਸ ਨੂੰ ਪਾਣੀ ਦੀ ਵਰਤੋਂ ਵਾਸਤੇ, ਸ਼ਹਿਰ ਦੀ ਵਾਸਤੇ ਵਰਤਿਆ ਜਾਏਗਾ ਆਉਣ ਵਾਲੇ ਸਮੇਂ, ਤਾਂ ਕਿ ਪਾਣੀ ਦੀ ਕੋਈ ਤੰਗੀ ਨਾ ਆਵੇ। ਇੱਕ ਭਾਗੂ ਰੋਡ ਦੇ ਉੱਤੇ ਪਬਲਿਕ ਹੈਲਥ ਕੋਲੇ
बहुत वड्डी कैपेसिटी है पानी की। उन्होंने को टैंक बहुत ने, 3 टैंक 2 बन गए उन्होंने टैंक, इक्को बना रहे हैं। उन्होंने को इस टाइम जी सप्लाई वो दे रहे 7 दिन का स्टोरेज कैपेसिटी है। उन्होंने आपकी ये इनएबिलिटी ज़ाहिर की कि साढ़े को जो पानी नहर तो आ रहा वो घट है। वो उन्होंने कह के अप्लाई कर, वो कैपेसिटी अगर उन्होंने पूरी हो जाती है तो उन्होंने को 15 दिन की कैपेसिटी हो जाएगी, जिहदे नाल शहर के जिहड़े हिस्सों में उत्थों सप्लाई होंदी है, भावें वो अपनी एरिया होवे शांतनगर का, भावें उन्होंने आपदियां कलोनियां होण, भावें वो हाजी हसन रोड जां इस एरिए वो सप्लाई आउंदी है, वो सारी जगह वो सप्लाई है जी वो वध जूगी और लोगों को इस गल की राहत पूरी तरह मिलूगी। बाकी जिहड़ी सिरकी बाज़ार है ये सब तो क्रोनिक पॉइंट है बठिंडे का। मेरा पिछले 20-25 साल का व्यू है भी अगर सिरकी बाज़ार चो पानी ग्रैविटी फ्लो नाल किसी तरीके जाया जा सके तो मौजूदा सिस्टम नूं भी कायम रख लिया जाए तो सिरकी बाज़ार का कल्ला पानी नहीं, ये नाल सारा शहर इफैक्ट होंदा है। यह वीर कलोनी नवीं बस्ती तो लैके पानी सिरकी बाज़ार जाके खड़दा जिहड़ा डिस्टोर ऑफ होंदा है। उस दे लई उन्हां दा व्यू ये सी कि हो नहीं सकता। मेरा व्यू ये सी, फिर उन्होंने पूछा भी दसो किन्नी क्यूसिक फुट पानी है जिहड़ा शहर का इत्थे आके खड़दा है। उन्होंने कहा भी साडे कोले डाटा कलैक्ट नहीं किया होया। मैं उन्होंने कहा भी टोभा दसो जिहड़ा संजय टोभा है वो कितना डेप्थ च है। उन्होंने दस्सिया कि 17 फुट डेप्थ दे विच है जिहड़ा संजय टोभा है और जिहड़ा सिरकी बाज़ार का पॉइंट है ये 6 तो 8 फुट है। वो इस गल ते सहमत सी भी जे 40 mm बारिश आउंदी है उदों तक ग्रैविटी फ्लो नाल पानी चल सकता है। उन्होंने ये राय दी गई है कि इस दे उत्ते भी एक्सरसाइज करो, बेशक इस सीजन नहीं असीं पा सकांगे क्योंकि बड़ा काम है। यदी प्रपोजल बनाओ, इत्थों पाइप पा के ग्रैविटी फ्लो की संजय टोभे छड्डो। वो कहते कि जी पानी वापस संजय टोभे चों सिरकी बाज़ार आउण लग जू जो संजय टोभा भरदा है। उस दे लई उन्होंने कहा कि एक रिवर्स वाल्व लग जाता है पाइपों के, टैक्नीकल गल्लां ने वो लाओ, जो टोभा भर जाएगा रिवर्स वाल्व उस पाइप को अपने आप बंद कर देगा। उस दे उत्ते एक्सरसाइज शुरू करा दी गई है। परमात्मा ने चाहा मौजूदा सिस्टम को कायम रख के सिरकी बाज़ार जे पानी रिवर्स वाल्व बंद हो जाता वो सिस्टम उन्होंने चुके। अगर ग्रैविटी फ्लो नाल पानी उत्थों संजय टोभे सिੱਟਣ ਲਈ असीं कामयाब हो जाइए, शहर का 50% हिस्सा नवीं बस्ती जिहड़ी वीर कलोनी तो लैके सिरकी बाज़ार तक गुरु नानकपुरे तक इस पानी की मार तो बच सकता है। ये मेरियां इन्नियां नगूणियां कोशिशां ने। 2-3 इशू उन्होंने कहे है कि चंदपाण ड्रेन दे विच जिहड़े असीं लैके जा रहे हैं उत्थे कोई फार्मर की प्रॉब्लम है, गहरी भागी कोल भी फार्मर की प्रॉब्लम है। मैं उन्होंने कहा सी जिथे डिप्टी कमिश्नर बठिंडा एडमिनिस्ट्रेशन यतन कर रही है, मैं जाती तौर के उत्ते उन्हां भरावां नाल भी जाके गलबात करूँगा कि अगर उस मसले को सुलझाया जा सके तो शहर के पानी की निकासी प्रॉपर की जा सके। ये अज की मीटिंग दे विच इस नूं प्रायोरिटी ते लैके मैं समझदा कि जिहड़ा मैं लंबे समय तो जिस काम दे लई शहर के वाटर लॉगिंग के लिए संघर्ष कर रहे हैं, अगर परमात्मा मेरे सिर ते मेहर भरिया हथ रखे, इस दे लई मैं और शहर के लोग कामयाब हो जाइए, कारपोरेशन कामयाब हो जाए। ये नाल जिथे कारपोरेशन नूं भी शाबाशी मिलेगी, मैनू भी शहर के लोग कहेंगे कि जे उन्होंने मैनू जिस आस नाल जिताया सी मैं टिक के नहीं बैठा, मैं उन्हां दीयां तकलीफां दे नाल निजी तौर पर जाके उन्होंने दूर करने के लिए जो मेरी समझ सी वो टैक्नीकल बंदियां दे नाल रल के उन्होंने ठीक करने का यतन करता रहा। आस करदा कि परमात्मा सानू शक्ति बख्शू, असीं इस कामयाब होवांगे। बाकी कुदरत ते बंदे की कदे लड़ाई हो नहीं सकती, ना लड़ सकता बंदा। जे कुदरत इन्ना ज़्यादा ही वार छिड़ दे इहदा साडे कोल प्रबंध ना हो सके, उस दे लई मैं माफ़ी भी मंगूंगा, क्योंकि कुदरत नाल बंदा कदे लड़ नहीं सकता। जी
ਤੁਹਾਡੇ ਤੋਂ ਉਮੀਦ ਵੀ ਬਹੁਤ ਹੈ ਸਰਕਾਰ ਤੋਂ, ਇਹ ਕੀ ਕਰਦੇ ਹੋ ਜੀ ਹੁਣ ਅੱਜ ਵੀ ਗੱਲ ਹੁੰਦੀ ਹੈ ਆਪਣੇ? ਦੇਖੋ ਗੱਲ ਇਹ ਹੈ, ਨਸ਼ਿਆਂ ਦਾ ਮੁੱਦਾ ਇੱਕ ਦਿਨ 'ਚ ਪੈਦਾ ਨਹੀਂ ਹੋਇਆ। ਨਸ਼ੇ ਪਿਛਲੇ 15 ਸਾਲ ਤੋਂ ਬਹੁਤ ਤੇਜ਼ੀ ਨਾਲ ਵਧ ਰਹੇ ਹੈ। ਜਿਹੜੇ ਬੱਚੇ 15 ਸਾਲ ਤੋਂ ਪਹਿਲਾਂ ਦੇ ਲੱਗੇ ਹੋਏ ਹੈ, ਤੁਸੀਂ ਇੱਕਦਮ ਉਹਨਾਂ ਨੂੰ ਬੰਦ ਨਹੀਂ ਕਰਾ ਸਕਦੇ। ਸਾਡੀ ਕੋਸ਼ਿਸ਼ ਹੈ ਕਿ ਨਸ਼ਾ ਜਿਹੜੇ ਖਾ ਰਹੇ ਆ ਉਹਨਾਂ ਨਾਲ ਤਾਂ ਹਮਦਰਦੀ ਚਾਹੀਦੀ ਹੈ, ਉਹਨਾਂ ਨੂੰ ਛੁਡਾਉਣ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ। ਔਰ ਉਸ ਦੇ ਲਈ ਜਿਹੜੀਆਂ ਵਲੰਟੀਅਰ ਸੰਸਥਾਵਾਂ ਨੇ ਉਹ ਲੱਗੀਆਂ ਹੋਈਆਂ ਨੇ। ਔਰ ਜਿਹੜੇ ਬੰਦੇ ਵੇਚਦੇ ਹੈ, ਸਾਡੀ ਕੋਸ਼ਿਸ਼ ਹੈ ਕਿ ਉਹਨਾਂ 'ਤੇ ਕਾਬੂ ਪਾਇਆ ਜਾਵੇ, ਨਸ਼ਾ ਵਿਕਣੋਂ ਬੰਦ ਹੋਵੇ। ਜਿਹੜੇ ਨਸ਼ਾ ਵੇਚਣ ਵਾਲੇ ਹੈ, ਜਿਹੜਾ ਚੋਰ ਆ ਪੁਲਿਸ ਨਾਲੋਂ ਚਤਰ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਨਸ਼ਿਆਂ ਦੀਆਂ ਕੁਛ ਐਸੀਆਂ ਆਈਟਮਾਂ ਸੀਗੀਆਂ ਜਿਨ੍ਹਾਂ ਨੂੰ NTB ਐਕਟ ਦੇ ਵਿੱਚ ਲਿਆਂਦਾ ਪਿੱਛੇ ਸਰਕਾਰ ਨੇ। ਹੁਣ ਮੈਨੂੰ ਕਿਸੇ ਨੇ ਦੱਸਿਆ ਕਿ ਕੋਈ ਸਿਗਨੇਚਰ ਕੈਪਸੂਲ ਹੈ, ਉਹ ਆਉਂਦਾ ਨਹੀਂ ਹੁਣ, ਉਸ ਦੇ ਜਦ 'ਚ ਨਹੀਂ ਆਉਂਦਾ, ਉਹ ਸ਼ੁਰੂ ਕਰ ਲਿਆ ਖਾਣ, ਨਸ਼ੇ ਦੇ ਤੌਰ 'ਤੇ ਖਾਣਾ। ਉਸ ਦੇ ਲਈ ਜਿਹੜੀਆਂ ਪ੍ਰੋਬਲਮਸ ਨੇ ਨਾ, ਕੁਛ ਪ੍ਰੋਬਲਮ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਬਾਰ-ਬਾਰ ਅਮੈਂਡਮੈਂਟ ਹੁਣ ਫਿਰ ਉਹਨੂੰ ਉਸ ਦੇ ਵਿੱਚ ਪਾਉਣਾ ਪਊ ਸ਼ਡਿਊਲ 'ਚ। ਫਿਰ ਜਿਹੜਾ ਚੋਰ ਆ ਕੋਈ ਨਵੀਂ ਕਾਰਡ ਕੱਢ ਲਊ। ਇਸ ਕਰਕੇ ਉਹ ਚੋਰਾਂ 'ਤੇ ਕਾਬੂ ਪਾਉਣ ਵਾਸਤੇ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਪਰਮਾਤਮਾ ਕਰੂ ਕੋਈ ਸਮਾਂ ਲੱਗ ਸਕਦਾ ਹੈ, ਇਸ ਪਾਸੇ ਅਸੀਂ ਕਾਮਯਾਬ। ਗਿਲ ਸਾਹਿਬ ਤੁਸੀਂ ਜੇ ਕਿਹਾ ਵੀ ਜਿਹੜੇ ਬਰਸਾਤ ਦੇ ਨਾਲ ਕਿ ਪਾਣੀ ਹੁਣ ਪਿੰਡੇ ਵਿੱਚ ਬਰਸਾਤ ਦਾ ਨਹੀਂ ਖੜਾ ਹੋਊਗਾ, ਪ੍ਰਬੰਧ ਪੂਰੇ ਕੀਤੇ ਜਾ ਰਹੇ ਸਰਕਾਰ ਕਰੀ। ਪਿਛਲੀ ਸਰਕਾਰ ਸੀ ਕਾਂਗਰਸ ਪਾਰਟੀ ਨੇ, ਉਹਨੇ ਵੀ ਦਾਅਵਾ ਕੀਤਾ ਸੀ ਵੀ ਲੋਕਾਂ ਨੂੰ ਬਹੁਤ ਅਸੀਂ ਨਿਜਾਤ ਦਵਾਈ ਆ, ਪਾਣੀ ਨਹੀਂ ਖੜਿਆ। ਤੁਸੀਂ ਵੀ ਕਹਿ ਰਹੇ ਹੋ ਤੇ ਹੁਣ ਇਹ ਕਿੰਨਾ ਕੁ ਸਾਬਤ ਹੋਊਗਾ? ਤੁਸੀਂ ਪਹਿਲਾਂ ਕਾਂਗਰਸ ਪਾਰਟੀ ਨਾਲ ਹੀ, ਤੁਸੀਂ ਵੀ ਗਏ ਸੀ ਉਹਦੇ। ਸੈਣੀ ਸਾਹਿਬ, ਜਿਹੜੀ ਤੁਸੀਂ ਗੱਲ ਕਹੀ ਹੈ ਉਹ ਵੀ ਤੁਸੀਂ ਕਹਿ ਰਹੇ ਹੋ ਪਾਣੀ ਨਹੀਂ ਖੜੂਗਾ, ਮੈਂ ਨਹੀਂ ਕਿਹਾ ਪਾਣੀ ਨਹੀਂ ਖੜੂਗਾ। ਮੈਂ ਕਿਹਾ ਜਿਹੜਾ ਮੌਜੂਦਾ ਸਿਸਟਮ ਹੈ ਉਸ ਨੂੰ ਸੁਧਾਰ ਕੇ ਕਿੰਨਾ ਕਾਮਯਾਬੀ ਨਾਲ ਪਾਣੀ ਨੂੰ ਕੱਢਿਆ ਜਾ ਸਕਦਾ ਹੈ, ਉਸ ਦੇ ਲਈ ਮੈਂ ਯਤਨਸ਼ੀਲ ਹਾਂ। ਜੇ ਮੈਂ ਅੱਜ ਕਹਾਂ ਬਰਸਾਤ 'ਚ 2 ਮਹੀਨੇ ਰਹਿ ਗਏ, ਮੈਂ ਨਵਾਂ ਪ੍ਰਬੰਧ ਤਾਂ ਤੁਸੀਂ 2 ਮਹੀਨਿਆਂ ਦੇ ਵਿੱਚ ਹੀ ਖਾਦ ਨਹੀਂ ਬਣਾ ਸਕਦੇ। ਜਿਹੜਾ ਪ੍ਰਬੰਧ ਨੂੰ ਸੁਧਾਰਨ ਵਾਸਤੇ ਮੇਰੇ ਦਿਮਾਗ ਸੀ ਉਹ ਓਵਰਹੈਡ ਨੂੰ ਨੀਵਾਂ ਕਰਨਾ। 2014 ਦੀ ਪਾਈਪ ਪਈ ਹੈ। ਮੈਂ ਕਿਸੇ ਨੂੰ ਹੁਣ ਦੋਸ਼ ਨਹੀਂ ਦਿੰਦਾ ਕਿਉਂਕਿ ਸਰਕਾਰ ਚਲੀ ਗਈ, ਅਤੇ 2014 ਤੋਂ ਅੱਜ ਤਾਈਂ ਹੈੱਡ ਨੂੰ ਨੀਵਾਂ ਕਿਉਂ ਨਹੀਂ ਕੀਤਾ ਜਾ ਸਕਦਾ ਸੀ, ਜਿਹਦੇ 'ਤੇ ਲੱਗਣੇ ਸਾਰੇ 20 ਦਿਨ ਜਾਂ 25 ਦਿਨ। ਕਿਸੇ ਨੇ ਯਤਨ ਨਹੀਂ, ਮੱਥਾ ਨਹੀਂ ਮਾਰਿਆ ਵੀ ਜੇ ਪਾਈਪ ਫਟੀ ਜਾ ਰਹੀ ਹੈ ਇਹਦਾ ਕਾਰਨ ਕੀ ਹੈ। ਪਾਈਪ ਫਟਣ ਦਾ ਕਾਰਨ ਹੈ ਇੱਥੋਂ ਪ੍ਰੈਸ਼ਰ ਪੈਂਦਾ, ਓਵਰਹੈਡ ਉੱਚਾ ਹੈ, ਜਦੋਂ ਜਾਂਦਾ ਪਿੱਛੇ ਦਬਾਅ ਪੈਂਦਾ, ਪਾਈਪ ਫਟ ਜਾਂਦੀ ਹੈ। ਜੇ ਉਹ ਪਾਈਪ ਚੱਲ ਜੇ 30 ਇੰਚ ਦੀ ਪਾਈਪ ਹੈ, ਉਹ ਕਿੰਨੀ ਸਪਲਾਈ ਲਊਗੀ ਉਹ? ਜੇ ਮੈਂ ਸਿਰਕੀ ਬਾਜ਼ਾਰ 'ਚ ਕਿਹਾ ਵੀ ਗ੍ਰੈਵਿਟੀ ਫਲੋ ਨਾਲ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ, ਪਤਾ ਤਾਂ ਮੈਥੋਂ ਪਹਿਲਿਆਂ ਨੂੰ ਵੀ ਸੀਗਾ ਵੀ 17 ਫੁੱਟ ਡੂੰਘਾ ਟੋਭਾ ਹੈ ਸੰਜੇ ਟੋਭਾ, ਅਤੇ ਉਹਦਾ ਲੈਵਲ ਉਦੋਂ ਵੀ ਮਿਲਿਆ ਜਾ ਸਕਦਾ ਵੀ ਸਿਰਕੀ ਬਾਜ਼ਾਰ 6 ਇੰਚ ਹੈ ਜਾਂ 6 ਫੁੱਟ ਹੈ ਜਾਂ 8 ਫੁੱਟ ਹੈ, ਉਹ ਵੀ ਕਰ ਸਕਦੇ ਜੀ। ਮੈਂ ਨਹੀਂ ਕਹਿੰਦਾ ਨਹੀਂ ਕਰ ਸਕਦੇ। ਉਹੀ ਮੁਲਾਜ਼ਮ ਹੈ ਜਿਨ੍ਹਾਂ ਨੂੰ ਅੱਜ ਕਿਹਾ, ਜਿਹੜੇ ਪਿਛਲੇ ਵਾਰ ਸੀ ਉਹਨਾਂ ਨੂੰ ਕਿਹਾ, ਕਿਉਂਕਿ ਮੇਰੀ ਸੋਚ ਉਦੋਂ ਵੀ ਇਹ ਸੀ। ਉਦੋਂ ਮੈਂ ਕਾਰਪੋਰੇਸ਼ਨ ਦੇ ਵਿੱਚ ਰਾਏ ਦਿੰਦਾ ਰਿਹਾ, ਮੇਰੀ ਰਾਏ ਨਹੀਂ ਮੰਨੀ ਗਈ। ਅੱਜ ਮੈਂ ਸਮਝਦਾ ਮੈਂ ਉਸ ਰਾਏ ਨੂੰ ਲਾਗੂ ਕਰਾਉਣ ਦੇ ਸਮਰੱਥਾ 'ਚ ਹੈ ਜੇ ਕਾਰਪੋਰੇਸ਼ਨ ਜੇ ਸਾਥ ਦੇਵੇ, ਨਾਲ ਚੱਲਦੇ ਹੈ। ਜੇ ਕਾਰਪੋਰੇਸ਼ਨ ਸਿਰਫ ਰਾਜਨੀਤੀ ਤੌਰ 'ਤੇ ਅੜਿੱਕੇ ਉਡਾਊਗੀ, ਉਹਦਾ ਨੁਕਸਾਨ ਸ਼ਹਿਰ ਨੂੰ ਹੋਊਗਾ। ਇਸੇ ਕਰਕੇ ਮੈਂ ਉੱਥੇ ਮੀਟਿੰਗ ਕਰਕੇ ਆਇਆ ਸੀ ਕਿ ਸ਼ਹਿਰ ਸਾਡਾ ਸਾਰਿਆਂ ਦਾ ਹੈ। ਸ਼ਹਿਰ ਨੂੰ ਡਿਵੈਲਪਮੈਂਟ ਵਾਸਤੇ, ਸ਼ਹਿਰ ਨੂੰ ਪਾਣੀ ਤੋਂ ਬਚਾਉਣ ਵਾਸਤੇ ਜੋ ਉਪਰਾਲੇ ਕਾਰਪੋਰੇਸ਼ਨ ਕਰੂ ਮੈਂ ਉਹਦਾ ਸਾਥ ਦਿਉ। ਜੋ ਮੈਂ ਰਾਇਆਂ ਦੇ ਕੇ ਆਇਆ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਸ ਦੇ ਵਿੱਚ ਸ਼ਾਮਲ ਹੁੰਦੀ ਹੈ ਤਾਂ ਕਾਰਪੋਰੇਸ਼ਨ ਨੂੰ ਪੂਰੀ ਤਨਦੇਹੀ ਨਾਲ ਉਸ ਪਾਸੇ ਲੱਗ ਜਾਣਾ ਚਾਹੀਦਾ ਹੈ। ਅਸੀਂ ਸ਼ਹਿਰ ਨੂੰ ਬਚਾਉਣਾ। ਮੈਂ ਕ੍ਰੈਡਿਟ ਨਹੀਂ ਲੈਂਦਾ। ਮੈਂ ਫਿਰ ਛੱਡਿਆ ਲਾਸਟ 'ਤੇ ਵੀ ਕੁਦਰਤ ਨਾਲ ਕੋਈ ਬੰਦਾ ਲੜ ਨਹੀਂ ਸਕਦਾ, ਨਾ ਜਗਰੂਪ ਸਿੰਘ ਲੜ ਸਕੇ। ਜੇ ਕੁਦਰਤ ਨੇ ਬਾਰਿਸ਼ 88 89 ਸਿੱਟਦੀ ਸੀ, ਪਿੰਡਾਂ ਦੇ ਪਿੰਡ ਡੁੱਬ ਗਏ ਸੀ, ਕਿਸੇ ਨੇ ਕੀ ਕਰਨਾ। ਸਵਾਲ ਇਸ ਹੈ ਤੁਹਾਡੀ ਨੀਤ ਖੁਸ਼ ਕਰਨ ਦੀ ਹੈ, ਤੁਹਾਡੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ ਸੁਹਿਰਦ ਹੋ, ਉਸ ਵਾਸਤੇ ਲੱਗਿਆ ਹੋਇਆ। ਮੈਂ ਕੋਈ ਦਾਅਵਾ ਨਹੀਂ ਕੀਤਾ ਮੈਂ ਸ਼ਹਿਰ ਦੇ ਵਿੱਚ ਪਾਣੀ ਨਹੀਂ ਕੱਢ ਦਿੰਦਾ। ਮੈਂ ਦਾਅਵਾ ਕੀਤਾ ਕਿ ਸ਼ਹਿਰ ਦੇ ਵਿੱਚ ਜਿੰਨਾ ਮੌਜੂਦਾ ਪ੍ਰਬੰਧ ਹੈ, ਜਿਹਨੂੰ ਵਧਾ ਕੇ ਅਸੀਂ ਹੋਰ ਇਸ ਨੂੰ ਤੇਜ਼ ਕਰ ਸਕਦੇ ਹਾਂ। ਹੁਣ ਪਾਵਰ ਹਾਊਸ ਰੋਡ 'ਤੇ 1000 mm ਦੀ ਪਾਈਪ ਹੈ, ਉਹ ਸਿਰਫ ਪਾਵਰ ਹਾਊਸ ਦੇ ਲੋਐਸਟ ਪੁਆਇੰਟ ਤੋਂ ਜੋੜਨ ਵਾਲੀ ਹੈ। ਕਿ ਤੁਹਾਨੂੰ ਇੰਨਾ ਟਾਈਮ ਟੱਪ ਗਿਆ, ਜੋੜੀ ਜਾ ਸਕਦੀ ਸੀ। 1 ਸਾਲ ਹੋ ਗਿਆ ਨਹੀਂ ਜੋੜੀ।
ਹੁਣ ਉਹਨਾਂ ਨੂੰ ਕਿਹਾ, ਉਹਨਾਂ ਨੇ ਮੰਗਿਆ ਸਾਤੋਂ, ਕਹਿੰਦੇ ਜੀ ਟੈਂਡਰ ਲਾਉਣਾ ਪਊ, ਐਸਟੀਮੇਟ ਹੋਣਗੇ ਮਹੀਨਾ 20 ਦਿਨ ਲੱਗੀ। ਉਸੇ ਕਿਹਾ ਲਾਓ, ਉਹਨੂੰ ਜੋੜ ਕੇ ਜਦੋਂ ਤੁਸੀਂ ਉੱਥੇ ਇੱਕ ਨਵੀਂ ਮੋਟਰਾਂ ਲੱਗਣਗੀਆਂ, ਜਿਹੜੀ ਉਹਦੀ ਕਪੈਸਿਟੀ ਜੋ ਚੱਕ ਕੇ ਸਿੱਟੋਗੇ, ਨਿਕਾਸੀ ਆਟੋਮੈਟਿਕਲੀ ਤੇਜ਼ ਹੋਏਗੀ। ਮੈਂ ਮੌਜੂਦਾ ਪ੍ਰਬੰਧਾਂ ਨੂੰ ਸੁਧਾਰਦੇ ਲਈ ਲੱਗਿਆ ਹੋਇਆ। ਮੈਂ ਕੋਈ ਦਾਅਵਾ ਨਹੀਂ ਕਰਦਾ, ਕਿਉਂਕਿ ਟੋਪੋਗ੍ਰਾਫੀ ਬਠਿੰਡਾ ਸ਼ਹਿਰ ਦੀ ਕੱਪ ਹੈ। ਇੱਕ ਪਾਸੇ 20 ਫੁੱਟ ਉੱਚਾ ਕਿਲ੍ਹਾ ਹੈ ਅਤੇ ਇੱਕ ਪਾਸੇ 0 ਪੁਆਇੰਟ ਦੇ ਉੱਤੇ ਮਾਲ ਰੋਡ ਤੋਂ ਥੱਲੇ ਦਾ ਏਰੀਆ। ਉਸ ਨੂੰ ਪਾਣੀ ਦੀ ਨਿਕਾਸੀ ਕਿਵੇਂ ਕਰਨੀ ਹੈ, ਤੇਜ਼ ਕਿਵੇਂ ਕਰਨਾ ਹੈ, ਇਹ ਮੈਂ ਇਹ ਨਹੀਂ ਕਹਿੰਦਾ ਮੈਂ ਕੋਈ ਇੰਜੀਨੀਅਰ ਹਾਂ, ਕਿਉਂਕਿ ਜਦੋਂ ਤੋਂ ਸੀਵਰ ਜਨਮਿਆ ਨਵਾਂ ਬਠਿੰਡੇ 'ਚ, ਉਦੋਂ ਦਾ ਮੈਂ MC ਹਾਂ। ਮੈਂ ਉਹਦੇ ਮਗਰ ਹਾਂ, ਜਿਵੇਂ ਜਿਵੇਂ ਸੀਵਰ ਜੁਆਨ ਹੋਇਆ। ਮੈਨੂੰ ਕੋਈ ਥੋੜ੍ਹਾ ਬਾਹਲਾ ਉਹਦੇ ਬਾਰੇ ਪਤਾ ਹੈ। ਉਹ ਜਿੰਨੀ ਕੁ ਮੇਰੀ ਸਮਝ ਹੈ, ਉਹਦੇ ਮੁਤਾਬਕ ਮੈਂ ਕੋਸ਼ਿਸ਼ ਕਰ ਰਿਹਾ ਕਿ ਬਠਿੰਡੇ ਸ਼ਹਿਰ ਦੇ ਪਾਣੀ ਦੀ ਨਿਕਾਸੀ ਨੂੰ ਵੱਧ ਤੋਂ ਵੱਧ ਤੇਜ਼ੀ ਨਾਲ ਕਿਵੇਂ ਕੀਤਾ ਜਾ ਸਕਦਾ। ਗੱਲ ਸਾਹਿਬ, ਆਪਾਂ ਸੇਵਾ ਕੇਂਦਰ ਖੋਲ੍ਹੇ ਆਪਣੀ ਸੈਟਰਡੇ ਸੰਡੇ ਜੋ ਕੰਮ ਕਰਾ ਸਕਣ, ਪਰ ਸਟਾਫ ਪ੍ਰੋਫੈਸ਼ਨ ਨਹੀਂ ਬੈਠਦੇ, ਉਹਦੇ ਕਰਕੇ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ। ਦੇਖੋ ਜੀ, ਇਹ ਤਾਂ ਡੀ ਸਾਹਿਬ ਨੂੰ ਕਹਿ ਦਿਆਂਗੇ, ਪਰ ਸਟਾਂਪ ਪ੍ਰੋਫੈਸ਼ਨ ਦੀ ਤੁਸੀਂ ਯੂਨੀਅਨ ਬਣਾਈ ਹੋਈ ਆ, ਕਹਿੰਦੇ ਜੇ ਕੋਈ ਬੈਠਦਾ ਇਕੱਲੀ ਯੂਨੀਅਨ ਵੀ ਨਹੀਂ, ਜਦੋਂ ਛੁੱਟੀ ਹੈ ਉਹਨਾਂ ਨੂੰ ਬਾਉਂਡ ਨਹੀਂ ਤੁਸੀਂ ਕਰ ਸਕਦੇ। ਜੇ ਆਪਾਂ ਕਹੀਏ ਹੁਣ ਜਿਹੜਾ ਉਸ ਕਮਿਸ਼ਨ ਹੈ ਅਤੇ ਕੋਈ ਆਪਣਾ ਵਕੀਲ ਹੈ, ਉਹ ਐਤਵਾਰ ਨੂੰ ਜਿਹਦੀ ਮਰਜ਼ੀ ਹੈ ਬਹਿ ਜਾਂਦਾ, ਜਿਹਦੀ ਨਹੀਂ ਮਰਜ਼ੀ ਛੁੱਟੀ ਕਰੇ ਬਹਿ ਜਾਂਦਾ। ਉਹਨਾਂ ਨੇ ਪੈਸਾ ਤਾਂ ਸਟਾਂਪ ਪ੍ਰੋਫੈਸ਼ਨ ਵੀ ਕਮਾਉਣਾ ਹੈ। ਉਹ ਸਾਹਿਬ, ਤੁਸੀਂ ਚੰਗੀ ਗੱਲ ਹੈ ਕਿ ਸਰਕਾਰ ਵੱਲੋਂ ਕਾਰਪੋਰੇਸ਼ਨ ਨੂੰ ਸਹਿਯੋਗ ਦੇਣ ਦੀ ਐਲਾਨ ਕੀਤਾ ਹੈ। ਬੇਸਿਕਲੀ ਜਿਹੜਾ ਬਰਸਾਤੀ ਪਾਣੀ ਦਾ ਮੁੱਦਾ ਉਹ ਕਾਰਪੋਰੇਸ਼ਨ ਨਾਲ ਰਿਲੇਟਡ ਹੈ। ਤੁਸੀਂ ਇੱਕ ਤਾਂ ਉਸ ਦਿਨ ਤੁਹਾਡੀ ਜਨਰਲ ਹਾਊਸ ਦੀ ਇੱਕ ਮੀਟਿੰਗ ਸੀਗੀ, ਜਿਹਦੇ ਤੁਸੀਂ ਭਾਸ਼ਣ ਦੇ ਕੇ, ਉਸ ਤੋਂ ਬਾਅਦ ਕੋਈ ਵਿਧੀਵਤ ਰੂਪ ਦੇ ਵਿੱਚ ਰਸਮੀ ਤੁਹਾਡੇ ਕੋਈ ਜਿਹੜੇ ਆਕਸੀਲੀਅਰ ਹੈਗੇ ਆ, ਮੇਅਰ, ਡਿਪਟੀ ਮੇਅਰ, ਕਿਤੇ ਇਸ ਮੁੱਦੇ ਤੇ ਅਲੱਗ ਜਾਂ ਮੀਟਿੰਗ ਹੋਈ ਹੈ ਉਹਨਾਂ ਨੂੰ? ਨਹੀਂ, ਜਿੱਦੇ ਮੀਟਿੰਗ ਕੀਤੀ ਸੀ ਮੇਅਰ ਉਹਦੇ ਵਿੱਚ ਸ਼ਾਮਲ ਸੀ। ਨਹੀਂ, ਉਸ ਤੋਂ ਇਲਾਵਾ ਇਸ ਟੌਪਿਕ ਤੇ ਕਿਤੇ ਹੋਈ ਨਹੀਂ, ਇਸ ਟੌਪਿਕ 'ਤੇ ਪਾਰਟੀਕੂਲਰ ਇਸ ਕਰਕੇ ਮੀਟਿੰਗ ਨਹੀਂ ਕੀਤੀ ਕਿਉਂਕਿ ਐਕਸਰਸਾਈਜ਼ ਸ਼ੁਰੂ ਕੀਤੀ ਸੀ। ਉਸ ਨੂੰ ਪ੍ਰੈਕਟੀਕਲ ਰੂਪ ਦੇਣ ਵਾਸਤੇ ਵੀ ਕੀ ਕੀਤਾ ਜਾ ਸਕਦਾ ਅੱਜ ਕੀਤਾ। ਹੁਣ ਇਸ ਤੋਂ ਨੈਕਸਟ ਮੇਅਰ ਨੂੰ ਜਾਂ ਉਹਨਾਂ ਨੂੰ ਮੈਂ ਮਿਲੂੰਗਾ ਵੀ ਤੁਸੀਂ ਆਹ ਗੱਲਾਂ ਜਿਹੜੀਆਂ ਉੱਥੇ ਮੈਂ ਪ੍ਰੋਸੀਡਿੰਗ ਜਾਊਗੀ ਵੀ ਇਹਨੂੰ ਤੇਜ਼ੀ ਨਾਲ ਆਪਾਂ ਇੰਪਲੀਮੈਂਟ ਕਰੀਏ ਤਾਂ ਕਿ ਸ਼ਹਿਰ ਨੂੰ ਬਚਾਇਆ ਜਾ ਸਕੇ।